Good morning student. Today we will do the new topic that is a figure of speech. Figure of speech ਰਾਜੇ ਜਿਹੜੇ ਕਿ ਤੁਹਾਡੀ ਪੋਇਮ ਹੁੰਦੀ ਹੈ ਪੋਇਮ ਦੇ ਵਿੱਚ ਇੱਕ ਸਟੈਂਜਾ ਦਿੱਤਾ ਹੁੰਦਾ ਔਰ ਉਹਦੇ ਵਿੱਚ ਕੁਐਸਚਨ ਤੁਹਾਨੂੰ ਕੀ ਪੁੱਛਿਆ ਗਿਆ ਹੁੰਦਾ ਇੱਕ ਲਾਈਨ ਦੇ ਵਿੱਚ ਦਿੱਤੀ ਹੁੰਦੀ ਆ ਔਰ ਕੁਐਸਚਨ ਹੁੰਦਾ ਕਿ ਵਿਚ ਫਿਗਰ ਆਫ ਸਪੀਚ ਇਜ਼ ਯੂਜ਼ਡ ਇਨ ਦਿਸ ਲਾਈਨ। ਠੀਕ ਆ, ਤਾਂ ਫਿਗਰ ਆਫ ਸਪੀਚ ਕੀ ਹੁੰਦੇ ਆ ਉਹਦੇ ਬਾਰੇ ਅੱਜ ਅਸੀਂ ਰੀਡ ਕਰਾਂਗੇ ਕਿਹੜੇ ਕਿਹੜੇ ਫਿਗਰ ਆਫ ਸਪੀਚ ਆ ਜਿਹੜੇ ਤੁਹਾਡੀ ਪੋਇਮਸ ਦੇ ਵਿੱਚ ਯੂਜ਼ ਕੀਤੇ ਗਏ ਹੈਗੇ। So listen and watch this video very attentively. Let's start. First of all, the definition: a word or expression used not with the original meaning but an imaginative way to make a special effect. कि एक वर्ड और एक्सप्रैशन आ जिहड़ा कि यूज़ किया जाता हैगा नॉट ओरिजिनल मीनिंग। ठीक है, ओरिजिनल मीनिंग दे नाल नहीं बट एक इमेजिनेटिव वे दे नाल स्पैशल इफैक्ट पाउण दे लई, मतलब कि जिहड़ा पोइट आ ਉਹ ਆਪਣੀ ਪੋਇਮ ਨੂੰ ਬਹੁਤ ਅੱਛਾ ਬਣਾਉਣ ਦੇ ਲਈ ਕੁਝ ਵਰਡ ਆ ਜਿਹੜੇ ਉਹ ਯੂਜ਼ ਕਰਦਾ ਆਪਣੀ ਇਮੈਜੀਨੇਸ਼ਨ ਦੇ ਥਰੂ, ਤਾਂ ਉਹਨਾਂ ਵਰਡਸ ਨੂੰ ਕੀ ਕਿਹਾ ਜਾਂਦਾ ਹੈਗਾ ਫਿਗਰ ਆਫ ਸਪੀਚ। ਪੋਇਮ ਨੂੰ ਜ਼ਿਆਦਾ ਸਪੈਸ਼ਲ ਬਣਾਉਣ ਦੇ ਲਈ ਜਿਹੜੇ ਵਰਡ ਯੂਜ਼ ਕੀਤੇ ਜਾਂਦੇ ਆ ਉਹਨੂੰ ਅਸੀਂ ਕਹਿੰਦੇ ਆ ਫਿਗਰ ਆਫ ਸਪੀਚ। ਫਸਟ ਹੈਗਾ ਸਿਮਿਲੀ, ਮੈਟਾਫਰ, ਪਰਸੋਨੀਫਿਕੇਸ਼ਨ, ਅਲਾਈਟਰੇਸ਼ਨ, ਹਾਈਪਰਬੋਲ, ਐਂਟੀਥੀਸਿਸ। ਸੋ ਫਸਟ ਆਫ ਆਲ ਸਿਮਿਲੀ। In this figure of speech, two different objects or things are compared by the use of words like, as or so. ਇਸ ਫਿਗਰ ਆਫ ਸਪੀਚ ਦੇ ਵਿੱਚ ਦੋ ਅਲੱਗ-ਅਲੱਗ ਆਬਜੈਕਟ ਜਾਂ ਥਿੰਗਸ ਆ ਜਿਹੜੀਆਂ ਉਹਨਾਂ ਦਾ ਕੰਪੇਅਰ ਕੀਤਾ ਜਾਂਦਾ ਹੈਗਾ ਵਰਡ ਯੂਜ਼ ਕਰਕੇ। ਕਿਹੜੇ ਆ ਉਹ? ਲਾਈਕ, ਐਜ਼ ਔਰ ਸੋ। ਠੀਕ ਹੈ, ਲਾਈਕ ਔਰ ਐਜ਼ ਦਾ ਯੂਜ਼ ਜ਼ਿਆਦਾ ਕੀਤਾ ਜਾਂਦਾ ਰਾਜੇ, ਮਤਲਬ ਕਿ ਅਲੱਗ-ਅਲੱਗ ਆਬਜੈਕਟ ਦੇ ਵਿੱਚ ਕੰਪੈਰੀਜ਼ਨ ਕਰਨ ਦੇ ਲਈ ਐਜ਼ ਔਰ ਲਾਈਕ ਵਰਡ ਦਾ ਜਿਹੜਾ ਯੂਜ਼ ਆ ਉਹ ਕੀਤਾ ਜਾਂਦਾ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸਿਮਿਲੀ। ਠੀਕ ਹੈ, ਐਗਜ਼ਾਮਪਲ ਆਵਰ ਸੋਲਜਰਸ ਆਰ ਐਜ਼ ਬਰੇਵ ਐਜ਼ ਲਾਇਨਸ। ਠੀਕ ਹੈ, ਹੁਣ ਸੋਲਜਰਸ ਦੀ ਬਰੇਵਰੀ ਔਰ ਲਾਇਨ ਦੀ ਬਰੇਵਰੀ ਦਾ ਕੰਪੈਰੀਜ਼ਨ ਕੀਤਾ ਐਜ਼ ਵਰਡ ਦੇ ਥਰੂ। ਹਰ ਚੀਕਸ ਆਰ ਰੈਡ ਲਾਈਕ ਅ ਰੋਜ਼। ਠੀਕ ਹੈ, ਚੀਕਸ ਵੀ ਰੈਡ ਆ ਔਰ ਰੋਜ਼ ਵੀ ਰੈਡ ਆ, ਦੋਨੋਂ ਦਾ ਕੰਪੈਰੀਜ਼ਨ ਕੀਤਾ ਗਿਆ ਹੈ। The dress is perfect because it fits like a glove। ਠੀਕ ਹੈ, ਹੁਣ ਇੱਥੇ ਵੀ ਲਾਈਕ ਵਰਡ ਦਾ ਯੂਜ਼ ਕਰਕੇ ਡਰੈਸ ਅਤੇ ਗਲੋਵਜ਼ ਦੇ ਵਿੱਚ ਜਿਹੜਾ ਕੰਪੈਰੀਜ਼ਨ ਉਹ ਕੀਤਾ ਗਿਆ ਹੈਗਾ। ਠੀਕ ਹੈ, ਲਾਈਕ ਐਂਡ ਐਜ਼, ਜਿੱਥੇ ਐਜ਼ ਔਰ ਲਾਈਕ ਵਰਡ ਦਿੱਤਾ ਹੋਊਗਾ ਲਾਈਨ ਦੇ ਵਿੱਚ ਤਾਂ ਉਹਦਾ ਮਤਲਬ ਕੀ ਹੈ ਕਿ ਉਹ ਸਿਮਿਲੀ ਆ। ਨੈਕਸਟ ਆ ਗਿਆ ਮੈਟਾਫਰ। ਮੈਟਾਫਰ ਵੀ ਸਿਮਿਲੀ ਦੀ ਤਰ੍ਹਾਂ ਹੀ ਆ ਬਟ ਥੋੜ੍ਹਾ ਜਿਹਾ ਡਿਫਰੈਂਸ ਆ। ਕੀ ਡਿਫਰੈਂਸ ਆ ਇਹਨਾਂ ਦੇ ਵਿੱਚੋਂ ਅਸੀਂ ਦੇਖਦੇ ਹਾਂ। In this figure of speech, two different objects or things are compared without using the word as or like। ਠੀਕ ਹੈ ਜੀ, ਪਤਾ ਲੱਗ ਹੀ ਗਿਆ ਹੋਏਗਾ, ਮਤਲਬ ਕਿ ਉਹ ਫਿਗਰ ਆਫ ਸਪੀਚ ਆ ਜਿਸ ਦੇ ਵਿੱਚ ਜਿਹੜਾ ਆਬਜੈਕਟਸ, ਠੀਕ ਹੈ, ਮਤਲਬ ਦੋ ਆਬਜੈਕਟਸ ਔਰ ਥਿੰਗਸ ਆ ਉਹਨਾਂ ਦੇ ਵਿੱਚ ਕੰਪੈਰੀਜ਼ਨ ਦਾ ਕੀਤਾ ਜਾਂਦਾ ਹੈ। ਠੀਕ ਹੈ, ਮਤਲਬ ਕੰਪੈਰੀਜ਼ਨ ਆ ਜਿਹੜਾ ਡਾਇਰੈਕਟਲੀ ਕੀਤਾ ਜਾਂਦਾ। ਠੀਕ ਹੈ, ਵਿਦਾਊਟ ਯੂਜ਼ਿੰਗ ਦਾ ਵਰਡ ਐਜ਼ ਔਰ ਲਾਈਕ। ਇਹਦੇ ਵਿੱਚ ਐਜ਼ ਔਰ ਲਾਈਕ ਵਰਡ ਯੂਜ਼ ਨਹੀਂ ਕੀਤੇ ਜਾਂਦੇ, ਸਿੰਪਲੀ ਜਿਹੜਾ ਕੰਪੈਰੀਜ਼ਨ ਆ ਉਹ ਦਿੱਤਾ ਗਿਆ ਹੁੰਦਾ। ਐਗਜ਼ਾਮਪਲ ਦਾ ਕਾਮ ਲੇਕ ਵਾਜ਼ ਆ ਮਿਰਰ। ਠੀਕ ਹੈ, ਹੁਣ ਕਾਮ ਲੇਕ ਦਾ ਡਾਇਰੈਕਟ ਕੰਪੈਰੀਜ਼ਨ ਮਿਰਰ ਦੇ ਨਾਲ ਕੀਤਾ ਗਿਆ ਹੈ। ਠੀਕ ਹੈ, ਮਤਲਬ ਲਾਈਕ ਵਰਡ ਦਾ ਯੂਜ਼ ਇੱਥੇ ਨਹੀਂ ਕੀਤਾ ਗਿਆ। ਹੀ ਇਜ਼ ਅ ਸ਼ਾਈਨਿੰਗ ਸਟਾਰ, ਹੁਣ ਇੱਥੇ ਸ਼ਾਈਨਿੰਗ ਸਟਾਰ ਨਾਲ ਤੇ ਹੀ ਦਾ ਕੰਪੈਰੀਜ਼ਨ ਕੀਤਾ ਗਿਆ ਹੈ। ਆਲ ਦਾ ਵਰਲਡ ਇਜ਼ ਅ ਸਟੇਜ, ਸਾਰਾ ਸੰਸਾਰ ਇੱਕ ਸਟੇਜ ਆ। ਠੀਕ ਆ, ਹੁਣ ਅਗਰ ਇੱਥੇ ਹੁੰਦਾ ਹੀ ਇਜ਼ ਲਾਈਕ ਅ ਸ਼ਾਈਨਿੰਗ ਸਟਾਰ, ਆਲ ਦਾ ਵਰਲਡ ਇਜ਼ ਲਾਈਕ ਅ ਸਟੇਜ। ਠੀਕ ਆ, ਕੰਪੈਰੀਜ਼ਨ ਵਿਦਾਊਟ ਯੂਜ਼ਿੰਗ ਦਾ ਵਰਡ ਐਜ਼ ਔਰ ਲਾਈਕ। ਮੈਟਾਫਰ ਦੇ ਵਿੱਚ ਐਜ਼ ਔਰ ਲਾਈਕ ਦਾ ਯੂਜ਼ ਨਹੀਂ ਹੁੰਦਾ, ਸਿਮਿਲੀ ਦੇ ਵਿੱਚ ਐਜ਼ ਔਰ ਲਾਈਕ ਦਾ ਯੂਜ਼ ਹੁੰਦਾ ਹੈ। ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਠੀਕ ਆ, ਨੈਕਸਟ ਆ ਗਿਆ ਪਰਸੋਨੀਫਿਕੇਸ਼ਨ। ਇਨ ਦਿਸ ਫਿਗਰ ਆਫ ਸਪੀਚ the non-living objects are treated as if they are a living person। ਮਤਲਬ non-living ਜਿਹੜੇ object ਆ ਉਹਨਾਂ ਨੂੰ living person ਦੀ ਤਰ੍ਹਾਂ ਟਰੀਟ ਕੀਤਾ ਗਿਆ ਹੁੰਦਾ ਹੈ, living person ਦੀ ਤਰ੍ਹਾਂ ਦਰਸਾਇਆ ਗਿਆ ਹੁੰਦਾ ਹੈ। ਜਿਵੇਂ ਐਗਜ਼ਾਮਪਲ ਦੇਖੋ, sun smiled at us। ਹੁਣ sun ਦਾ ਕੰਪੈਰੀਜ਼ਨ ਆ ਜਿਹੜਾ ਉਹ ਹਿਊਮਨ ਬੀਇੰਗ ਦੇ ਨਾਲ ਕੀਤਾ ਗਿਆ ਹੈ, ਉਹਨੂੰ ਹਿਊਮਨ ਬੀਇੰਗ ਦੀ ਤਰ੍ਹਾਂ ਪ੍ਰੈਜ਼ੈਂਟ ਕੀਤਾ ਗਿਆ ਕਿ sun ਆ ਉਹ ਸਮਾਈਲ ਕਰ ਰਿਹਾ। ਦ ਸਟਾਰਸ ਡਾਂਸ ਪਲੇਫੁਲੀ ਇਨ ਮੂਨਲਿਟ ਸਕਾਈ। ਹੁਣ ਸਟਾਰ ਆ ਡਾਂਸ ਕਰਦੇ ਦਿਖਾਤੇ ਇੱਥੇ। ਠੀਕ ਹੈ, ਕਿ ਸਟਾਰ ਆ ਜਿਹੜੇ ਉਹ ਡਾਂਸ ਕਰ ਰਹੇ ਆ। ਡਾਂਸ ਕੌਣ ਕਰਦਾ? ਹਿਊਮਨ ਬੀਇੰਗ। ਠੀਕ ਹੈ, ਬਟ ਪੇਸ਼ੈਂਸ ਟੂ ਪ੍ਰੀਵੈਂਟ ਦੈਟ ਮਰਮਰ ਸੋਨ ਰਿਪਲਾਈਜ਼। ਇਹ ਲਾਈਨ ਆ ਰਾਜੇ ਤੁਹਾਡੀ ਜਿਹੜੀ ਪੋਇਮ ਆ ਔਨ ਹਿਜ਼ ਬਲਾਈਂਡਨੈਸ ਉਹਦੇ ਵਿੱਚੋਂ ਲਈ ਆ।
ਕਿ ਜਿਹੜੀ ਪੇਸ਼ੈਂਸ ਆ ਉਹ ਰੋਕ ਰਹੀ ਆ ਬੋਲਣ ਤੋਂ ਅਤੇ ਜਲਦੀ ਨਾਲ ਰਿਪਲਾਈ ਕਰ ਰਹੀ ਆ। ਹੁਣ ਪੇਸ਼ੈਂਸ ਵੀ ਕਿਤੇ ਰਿਪਲਾਈ ਕਰਦੀ ਆ। ਪੇਸ਼ੈਂਸ ਇੱਕ ਫੀਲਿੰਗ ਆ ਅਤੇ ਪੇਸ਼ੈਂਸ ਦਾ ਜਿਹੜਾ ਕੰਪੈਰੀਜ਼ਨ ਆ ਉਹ ਹਿਊਮਨ ਬੀਇੰਗਸ ਦੇ ਨਾਲ ਕੀਤਾ ਗਿਆ ਹੈ ਕਿ ਉਹ ਰਿਪਲਾਈ ਕਰ ਰਹੀ ਆ। ਠੀਕ ਹੈ, ਨੋਨ ਲਿਵਿੰਗ ਥਿੰਗਸ ਦਾ ਕੰਪੈਰੀਜ਼ਨ ਲਿਵਿੰਗ ਥਿੰਗਸ ਦੇ ਨਾਲ ਕੀਤਾ ਗਿਆ ਹੁੰਦਾ, ਉਹਨਾਂ ਨੂੰ ਐਜ਼ ਅ ਲਿਵਿੰਗ ਥਿੰਗ ਦੇ ਰੂਪ ਵਿੱਚ ਪ੍ਰਜੈਂਟ ਕੀਤਾ ਗਿਆ ਹੁੰਦਾ। ਸੋ ਨੈਕਸਟ ਆ ਗਿਆ ਅਲਾਈਟਰੇਸ਼ਨ। It is the repetition of a series of words having the same initial consonant sound। ਇਹ ਕੀ ਆ, ਅਲਫਾਬੈਟ ਦੀ ਰੈਪੀਟੇਸ਼ਨ ਹੁੰਦੀ ਆ। ਠੀਕ ਆ, ਇੱਕ ਸੀਰੀਜ਼ ਦੇ ਵਿੱਚ ਜਿਹੜੇ ਵਰਡ ਆ ਉਹਨਾਂ ਦੇ ਵਿੱਚ ਸੇਮ ਇਨੀਸ਼ੀਅਲ ਕੌਨਸੋਨੈਂਟ ਸਾਊਂਡ ਹੁੰਦੀ ਆ। ਠੀਕ ਆ, ਮਤਲਬ ਕਿ ਜਿਹੜਾ ਫਸਟ ਅਲਫਾਬੈਟ ਆ ਉਹਦੀ ਰੈਪੀਟੇਸ਼ਨ ਹੋਊਗੀ। ਠੀਕ ਆ, ਔਰ ਫਸਟ ਜਿਹੜੀ ਕੌਨਸੋਨੈਂਟ ਸਾਊਂਡ ਆ ਉਹ ਸੇਮ ਹੋਊਗੀ। ਠੀਕ ਆ, ਐਗਜ਼ਾਮਪਲ ਦੇਖੋ, ਗੋ ਐਂਡ ਗੈਦਰ ਦਾ ਗ੍ਰੀਨ ਲੀਵਸ ਔਨ ਦਾ ਗ੍ਰਾਸ। ਗੋ ਗੈਦਰ ਗ੍ਰੀਨ ਗ੍ਰਾਸ। ਠੀਕ ਹੈ, ਰੈਪੀਟੇਸ਼ਨ ਹੋਈ ਆ ਫਸਟ ਅਲਫਾਬੈਟ ਦੀ। ਸ਼ੀ ਸੈਲਜ਼ ਸੀ ਸ਼ੈਲਜ਼ ਬਾਏ ਦਾ ਸੀ ਸ਼ੋਰ। ਹੁਣ ਫਸਟ ਲੈਟਰ ਦੀ ਰੈਪੀਟੇਸ਼ਨ ਉਹ ਹੋਈ ਹੈ ਇਹਦੇ ਵਿੱਚ। ਨੀਨਾ ਨੀਡਡ ਨਿਊ ਨੋਟਬੁੱਕ। ਐਨ ਵਰਡ ਜਿਹੜਾ ਅਲਫਾਬੈਟ ਆ ਉਹਦੀ ਰੈਪੀਟੇਸ਼ਨ ਹੋਈ ਆ। ਫਸਟ ਜਿਹੜਾ ਲੈਟਰ ਆ ਉਹਦੀ ਰੈਪੀਟੇਸ਼ਨ ਹੋਊਗੀ, ਉਹਨੂੰ ਅਸੀਂ ਕਹਿੰਦੇ ਆ ਅਲਿਟਰੇਸ਼ਨ। ਨੈਕਸਟ ਆ ਗਿਆ ਹਾਈਪਰਬੋਲ। ਇਨ ਦਿਸ ਫਿਗਰ ਆਫ ਸਪੀਚ ਦਾ ਆਬਜੈਕਟਸ ਆਰ ਸ਼ੋਨ ਗ੍ਰੇਟਰ ਔਰ ਲੈਸ, ਬੈਟਰ ਔਰ ਵਰਸ ਦੈਨ ਦੇ ਰੀਅਲੀ ਆਰ। ਇਸ ਫਿਗਰ ਆਫ ਸਪੀਚ ਦੇ ਵਿੱਚ ਜਿਹੜੇ ਆਬਜੈਕਟਸ ਆ ਉਹਨਾਂ ਨੂੰ ਜਾਂ ਤਾਂ ਬਹੁਤ ਜ਼ਿਆਦਾ ਗ੍ਰੇਟਰ ਦਿਖਾਇਆ ਗਿਆ ਹੋਊਗਾ, ਜਾਂ ਬਹੁਤ ਜ਼ਿਆਦਾ ਲੈਸ, ਜਾਂ ਬਹੁਤ ਜ਼ਿਆਦਾ ਬੈਟਰ, ਜਾਂ ਵਰਸ। ਮਤਲਬ ਕਿ ਰਿਐਲਿਟੀ ਤੋਂ ਥੋੜ੍ਹਾ ਜਿਹਾ ਬਹੁਤ ਅੱਗੇ ਵਧਾ ਕੇ, ਠੀਕ ਆ, ਗੱਲ ਆ ਜਿਹੜੀ ਉਹ ਕਹੀ ਗਈ ਹੋਊਗੀ। ਕਿਸੇ ਵੀ ਗੱਲ ਨੂੰ ਜਦੋਂ ਵਧਾ ਚੜ੍ਹਾ ਕੇ ਕਿਹਾ ਜਾਂਦਾ ਤਾਂ ਉਦੋਂ ਉੱਥੇ ਕਿਹਦਾ ਯੂਜ਼ ਕੀਤਾ ਜਾਂਦਾ, ਹਾਈਪਰਬੋਲ ਦਾ। ਹੀ ਇਜ਼ ਰਨਿੰਗ ਫਾਸਟਰ ਦੈਨ ਦਾ ਵਿੰਡ, ਕਿ ਉਹ ਵਿੰਡ ਦੇ ਨਾਲੋਂ ਜ਼ਿਆਦਾ ਤੇਜ਼ ਦੌੜ ਰਿਹਾ ਸੀ। ਹਰ ਸਕਿਨ ਇਜ਼ ਸੋਫਟਰ ਦੈਨ ਸਿਲਕ। ਹੁਣ ਸਿਲਕ ਦੇ ਨਾਲੋਂ ਜ਼ਿਆਦਾ ਸੋਫਟਰ ਸਕਿਨ ਕਹੀ ਗਈ ਆ। ਠੀਕ ਹੈ, ਆਈ ਹੈਵ ਰੈਡ ਦਿਸ ਬੁੱਕ 100 ਟਾਈਮਸ। ਹੁਣ ਗੱਲ ਆ ਜਿਹੜੀ ਉਹਨੂੰ ਵਧਾ ਕੇ ਕਿਹਾ ਗਿਆ ਹੈ। ਠੀਕ ਹੈ, ਜਿਵੇਂ ਫਾਸਟਰ ਦੈਨ ਦਾ ਵਿੰਡ, ਸਕਿਨ ਇਜ਼ ਸੋਫਟਰ ਦੈਨ ਸਿਲਕ, ਆਈ ਹੈਵ ਰੈਡ ਦਿਸ ਬੁੱਕ 100 ਟਾਈਮ, ਕਿ ਮੈਂ 100 ਵਾਰ ਪੜ੍ਹ ਚੁੱਕਾ। ਨੈਕਸਟ ਆ ਗਿਆ ਐਂਟੀਥੀਸਿਸ। ਹੁਣ ਐਂਟੀਥੀਸਿਸ, ਇਹ ਤੋਂ ਐਂਟੀ ਐਂਡ ਥੀਸਿਸ ਸਾਨੂੰ ਇਹ ਤੋਂ ਕਲੀਅਰ ਹੋ ਰਿਹਾ। ਐਂਟੀ ਦਾ ਮਤਲਬ ਓਪੋਜ਼ਿਟ, ਥੀਸਿਸ ਦਾ ਮਤਲਬ ਆਈਡੀਆਜ਼। ਓਪੋਜ਼ਿਟ ਆਈਡੀਆਜ਼ ਬਟ ਕੰਟਰਾਸਟ ਦੇ ਲਈ ਯੂਜ਼ ਕੀਤੇ ਜਾਂਦੇ ਆ ਇਹ। ਇਟ ਇਜ਼ ਅ ਫਿਗਰ ਆਫ ਸਪੀਚ ਇਨ ਵਿਚ ਟੂ ਓਪੋਜ਼ਿਟ ਵਰਡਸ ਆਰ ਔਰ ਆਈਡੀਆਜ਼ ਆਰ ਪੁੱਟ ਇਨ ਬੈਲੈਂਸ ਆਰਡਰ ਫॉर ਐਮਫੈਸਿਸ। ਇਸ ਫਿਗਰ ਆਫ ਸਪੀਚ ਦੇ ਵਿੱਚ ਦੋ ਓਪੋਜ਼ਿਟ ਵਰਡ ਜਾਂ ਆਈਡੀਆਜ਼ ਜਿਹੜੇ ਯੂਜ਼ ਕੀਤੇ ਜਾਂਦੇ ਹੈਗੇ ਕੰਟਰਾਸਟ ਦੇ ਲਈ। ਠੀਕ ਹੈ, ਆਈਡੀਆਜ਼ ਮਤਲਬ ਦੋ ਵਰਡ ਆ ਉਹ ਓਪੋਜ਼ਿਟ ਹੋਣਗੇ ਬਟ ਉਹਨਾਂ 'ਚ ਕੰਟਰਾਸਟ ਸ਼ੋ ਕੀਤਾ ਹੁੰਦਾ। ਫੋਰ ਐਗਜ਼ਾਮਪਲ, ਲਵ ਇਜ਼ ਆਈਡਲ ਥਿੰਗ, ਮੈਰਿਜ ਇਜ਼ ਅ ਰੀਅਲ ਥਿੰਗ। ਠੀਕ ਹੈ, ਕਿ ਲਵ ਇਜ਼ ਆਈਡਲ, ਹੁਣ ਆਈਡਲ ਅਤੇ ਰੀਅਲ ਦੋਨੋਂ ਵਿੱਚ ਕੰਟਰਾਸਟ ਸ਼ੋ ਕੀਤਾ ਬਟ ਓਪੋਜ਼ਿਟ ਵਰਡ ਆ ਦੋਨੋਂ। ਇਫ ਯੂ ਹੈਵ ਵਿਲ ਟੂ ਲਿਵ ਐਂਡ ਕਰੇਜ ਟੂ ਡਾਈ, ਹੁਣ ਲਿਵ ਐਂਡ ਡਾਈ ਦੋਨੋਂ ਦੇ ਵਿੱਚ ਕੰਪੈਰੀਜ਼ਨ ਸ਼ੋ ਕੀਤਾ ਗਿਆ ਹੈ। ਮਾਈ ਲੋਸ ਇਜ਼ ਯੂਅਰ ਪ੍ਰੋਫਿਟ, ਹੁਣ ਲੋਸ ਐਂਡ ਪ੍ਰੋਫਿਟ ਦੋਨੋਂ ਓਪੋਜ਼ਿਟ ਆ ਬਟ ਕੰਟਰਾਸਟ ਆ ਜਿਹੜਾ ਉਹ ਸ਼ੋ ਕੀਤਾ ਗਿਆ ਹੈ। ਸੋ ਸਟੂਡੈਂਟ, ਇਹ ਸੀਗੇ ਫਿਗਰ ਆਫ ਸਪੀਚ। ਨੈਕਸਟ ਸਾਡੇ ਕੋਲ ਇੱਕ ਜਿਹੜਾ ਪੋਇਮ ਦੇ ਵਿੱਚ ਕੁਐਸਚਨ ਤੁਹਾਨੂੰ ਆ ਜਾਂਦਾ ਹੈ ਰਾਈਮ ਸਕੀਮ, ਕਿ ਰਾਈਮ ਸਕੀਮ ਆ ਜਿਹੜੀ ਉਹ ਕੀ ਦਿੱਤੀ ਗਈ, ਇੱਕ ਸਟੈਂਜੇ ਦੇ ਵਿੱਚ ਰਾਈਮ ਸਕੀਮ ਪੁੱਛੀ ਗਈ ਹੁੰਦੀ ਹੈ। ਇਟ ਇਜ਼ ਦਾ ਪੈਟਰਨ ਆਫ ਰਾਈਮ ਐਟ ਦਾ ਐਂਡ ਆਫ ਦਾ ਈਚ ਲਾਈਨ ਆਫ ਦਾ ਪੋਇਮ। ਠੀਕ ਹੈ, ਇੱਕ ਪੈਟਰਨ ਹੁੰਦਾ ਜਿਹੜਾ ਕਿ ਹਰ ਇੱਕ ਲਾਈਨ ਦੇ ਐਂਡ 'ਤੇ ਜਿਹੜਾ ਰਾਈਮ ਵਰਡ ਹੁੰਦੇ ਆ ਪੋਇਮ ਦੇ। ਇਟ ਇਜ਼ ਯੂਜ਼ਲੀ ਰੈਫਰ ਟੂ ਬਾਈ ਯੂਜ਼ਿੰਗ ਲੈਟਰ ਟੂ ਇੰਡੀਕੇਟ ਵਿਚ ਲਾਈਨਸ ਰਾਈਮ, ਲਾਈਨਸ ਹੈਵਿੰਗ ਸੇਮ ਲੈਟਰ ਆਲ ਰਾਈਮ ਵਿਦ ਈਚ ਅਦਰ। ਠੀਕ ਹੈ, ਇਹ ਕੀ ਰੈਫਰ ਕੀ ਕਰਦੀ ਆ, ਸਪੈਸ਼ਲੀ ਕੀ ਆ ਜਿਹੜੇ ਇਹਦੇ ਲੈਟਰ ਹੁੰਦੇ ਆ ਉਹ ਕੀ ਸ਼ੋ ਕਰਦੇ ਹੈਗੇ, ਇੰਡੀਕੇਟ ਕਰਦੇ ਹੈਗੇ ਕਿ ਕਿਹੜੀ ਰਾਈਮ ਲਾਈਨਸ ਆ ਜਿਹੜੀਆਂ ਉਹ ਸੇਮ ਆ, ਇੱਕ ਦੂਜੇ ਦੇ ਨਾਲ ਉਹ ਮੈਚ ਕਰਦੀਆਂ ਹੈਗੀਆਂ, ਉਹਨਾਂ ਦੀ ਜਿਹੜੀ ਲਾਸਟ ਸਾਊਂਡ ਆ ਉਹ ਇੱਕ ਦੂਜੇ ਨਾਲ ਮੈਚ ਕਰਦੀ ਆ। ਤਾਂ ਉਹਨਾਂ ਤੋਂ ਸਾਨੂੰ ਕਲੀਅਰ ਹੋ ਜਾਂਦਾ ਕਿ ਇਸ ਸਟੈਂਚੇ ਦੇ ਵਿੱਚ ਜਿਹੜੀ ਰਾਈਮ ਸਕੀਮ ਆ ਉਹ ਯੂਜ਼ ਕੀਤੀ ਗਈ ਆ। ਕਿਹੜੀ ਰਾਈਮ ਸਕੀਮ ਯੂਜ਼ ਕੀਤੀ ਗਈ ਤਾਂ ਉਹਨੂੰ ਕਿਵੇਂ ਫਾਈਂਡ ਆਊਟ ਕਰਨਾ, ਨੈਕਸਟ ਅਸੀਂ ਦੇਖਦੇ ਹਾਂ। ਪਹਿਲਾਂ ਰਾਈਮਿੰਗ ਵਰਡ,
ਰਾਈਮਿੰਗ ਵਰਡ ਆ ਜਿਹੜੇ ਉਹ ਕਿਹੜੇ ਹੁੰਦੇ ਆ, ਕੈਟ, ਬੈਟ, ਫੈਟ, ਰੈਟ। ਇਸ ਤਰ੍ਹਾਂ ਜਿਹੜੀ ਲਾਸਟ ਸਾਊਂਡ ਆ ਉਹਨਾਂ ਦੀ ਸੇਮ ਆਏਗੀ, ਜਿਵੇਂ ਸਨ, ਗਨ, ਐਟਸੈਕਟਰਾ, ਹੋਰ ਵੀ ਕਈ ਤਰ੍ਹਾਂ ਦੇ ਹੁੰਦੇ ਆ। ਬਟ ਤੁਹਾਨੂੰ ਕੀ ਆਉਂਦਾ, ਰਾਈਮ ਸਕੀਮ ਫਾਈਂਡ ਆਊਟ ਕਰਨੀ ਆਉਂਦੀ ਆ। ਤਾਂ ਉਹ ਅਸੀਂ ਕਿਵੇਂ ਫਾਈਂਡ ਆਊਟ ਕਰਨੀ ਆ, ਆ ਜਿਹੜੀਆਂ ਲਾਈਨਸ ਆ ਕੁਛ ਮੈਂ ਲਈਆਂ, ਜਿਹੜੀ ਆਪਾਂ ਨੈਕਸਟ 3rd ਪੁਆਇੰਟ ਪੜ੍ਹਾਂਗੇ ਉਹਦੇ ਵਿੱਚ ਇਹ ਲਾਈਨਸ ਦਿੱਤੀਆਂ ਹੋਈਆਂ। The sun does arise and make happy the skies, the merry bells ring to welcome the spring, the skylark and thrush, the birds of the bush। ਹੁਣ ਦੇਖੋ ਰਾਜੇ ਇਹਦੇ ਲਾਸਟ ਵਰਡ ਦੇਖੋ ਸਾਰੇ, ਪਹਿਲਾਂ ਆ ਗਿਆ ਅਰਾਈਜ਼, ਸਕਾਈਜ਼, ਇਹ ਦੋਨੋਂ ਮੈਚ ਕਰਦੇ ਆ, ਰਿੰਗ, ਸਪਰਿੰਗ, ਆ ਦੋਨੋਂ ਮੈਚ ਕਰਦੇ ਆ, ਥਰਸ਼ ਐਂਡ ਬੁਸ਼ ਆ ਦੋਨੋਂ ਮੈਚ ਕਰਦੇ ਆ, ਠੀਕ ਆ। ਤਾਂ ਇਹ ਹੋ ਗਏ ਰਾਈਮਿੰਗ ਵਰਡ। ਤਾਂ ਹੁਣ ਆਪਾਂ ਰਾਈਮਿੰਗ ਸਕੀਮ ਆ ਜਿਹੜੀ ਉਹ ਕਿਵੇਂ ਬਣਾਉਣੀ ਆ। ਫਸਟ ਆ ਅਰਾਈਜ਼, ਠੀਕ ਆ, ਇਹਨੂੰ ਅਸੀਂ ਏ ਲੈ ਲਿਆ, ਰਿੰਗ ਨੂੰ ਬੀ ਲੈ ਲਿਆ, ਥਰਸ਼ ਆ ਜਿਹੜਾ ਇਹਨੂੰ ਸੀ ਲੈ ਲਿਆ, ਠੀਕ ਆ। ਅਰਾਈਜ਼ ਦੇ ਨਾਲ ਸਕਾਈ ਮੈਚ ਕਰਦਾ ਸੀ, ਇਹ ਦੋਨੋਂ ਏ ਹੋ ਗਏ। ਰਿੰਗ ਦੇ ਨਾਲ ਸਪਰਿੰਗ ਮੈਚ ਕਰਦਾ ਸੀ, ਇਹ ਦੋਨੋਂ ਬੀ ਹੋ ਗਏ। ਥਰਸ਼ ਦੇ ਨਾਲ ਬੁਸ਼ ਮੈਚ ਕਰਦਾ ਸੀ, ਇਹ ਸੀ ਹੋ ਗਈ। ਤਾਂ ਰਾਈਮ ਸਕੀਮ ਕਿਸ ਤਰ੍ਹਾਂ ਬਣੇਗੀ, ਇਹ ਏ ਬੀ ਬੀ ਸੀ ਸੀ। ਇਸ ਤਰ੍ਹਾਂ ਜਿਹੜੀ ਰਾਈਮ ਸਕੀਮ ਆ ਤੁਸੀਂ ਫਾਈਂਡ ਆਊਟ ਕਰਨੀ ਆ। ਸੋ ਸਟੂਡੈਂਟ, ਆਈ ਹੋਪ ਕਿ ਜਿਹੜੇ ਫਿਗਰ ਆਫ ਸਪੀਚ ਸੀ ਜਾਂ ਰਾਈਮ ਸਕੀਮ ਸੀਗੀ ਪੂਰੀ ਤਰ੍ਹਾਂ ਤੁਹਾਨੂੰ ਸਮਝ ਆ ਗਈ ਹੋਵੇਗੀ। ਫਿਰ ਵੀ ਇਫ ਯੂ ਹੈਵ ਐਨੀ ਪ੍ਰੋਬਲਮ ਯੂ ਕੈਨ ਆਸਕ ਮੀ। ਥੈਂਕ ਯੂ।